ਗੁੱਡ ਮਾਰਨਿੰਗ ਸਟੂਡੈਂਟ। ਬੀਐਡ ਦੇ ਜਿਹੜੇ ਫੋਰਥ ਸਮੈਸਟਰ ਦੇ ਸਟੂਡੈਂਟ ਉਹਨਾਂ ਸਬਜੈਕਟ ਚੱਲ ਰਿਹਾ ਅਸੈਸਮੈਂਟ ਫॉर ਲਰਨਿੰਗ। ਉਹਦੇ ਵਿੱਚ ਲਾਸਟ ਆਪਾਂ ਟੌਪਿਕ ਕੀਤਾ ਸੀਗਾ ਅਸਾਈਨਮੈਂਟ ਪ੍ਰੋਜੈਕਟਸ ਐਂਡ ਟੈਸਟ। ਤਾਂ ਅੱਜ ਆਪਣਾ ਜਿਹੜਾ ਨੈਕਸਟ ਟੌਪਿਕ ਹੋਏਗਾ ਟੈਸਟ ਦੀਆਂ ਅੱਗੇ ਟਾਈਪ ਹੈ ਦੈਟ ਆਰ ਰਿਟਨ ਐਂਡ ਔਰਲ ਟੈਸਟ, ਲਿਖਤੀ ਅਤੇ ਮੌਖਿਕ ਪ੍ਰੀਖਣ। ਇਹਦੇ ਬਾਅਦ ਦੇਖਾਂਗੇ ਟੌਪਿਕ ਖਤਮ ਕਰਾਂਗੇ ਅੱਜ। ਤਾਂ ਦੇਖੋ ਜਿਵੇਂ ਨਾਮ ਤੋਂ ਹੀ ਪਤਾ ਲੱਗਦਾ ਰਿਟਨ ਐਂਡ ਔਰਲ। ਰਿਟਨ ਮਤਲਬ ਉਹ ਟੈਸਟ ਜੋ ਲਿਖ ਕੇ ਲਿੱਤਾ ਜਾਂਦਾ ਜਿਹਦੇ ਵਿੱਚ ਟੀਚਰ ਇੱਕ ਟੈਸਟ ਦਾ ਪ੍ਰੋਪਰ ਫਾਰਮੈਟ ਬਣਾਉਂਦੇ ਆ, ਠੀਕ ਹੈ ਜੀ, ਜਿਹਦੇ ਵਿੱਚ ਪੇਪਰ ਪੈਨਸਿਲ ਦਾ ਪ੍ਰਯੋਗ ਕੀਤਾ ਜਾਏਗਾ। ਵਿਦਿਆਰਥੀਆਂ ਨੂੰ ਲਿਖਣ ਲਈ ਪ੍ਰਸ਼ਨ ਦਿੱਤੇ ਜਾਣਗੇ। ਵਿਦਿਆਰਥੀ ਆਪਣੇ ਮਤਲਬ ਨੋਟਬੁੱਕਸ ਉਹਨਾਂ ਦੇ ਆਨਸਰ ਲਿਖਦੇ ਹੈ। ਉਸ ਤੋਂ ਬਾਅਦ ਚੈੱਕ ਕਰਵਾਉਣ ਲਈ ਟੀਚਰ ਨੂੰ ਸਬਮਿਟ ਕਰਵਾਉਂਦੇ ਹੈ, ਠੀਕ ਹੈ। ਅਤੇ ਚੈੱਕ ਕਰਕੇ ਉਹਨਾਂ ਦੇ ਜੋ ਵੀ ਗ੍ਰੇਡ ਲਗਾਉਣੇ ਆ ਜਾਂ ਮਾਰਕਸ ਲਗਾਉਣੇ ਆ ਉਹ ਲਗਾ ਕੇ ਬੱਚਿਆਂ ਨੂੰ ਟੈਸਟ ਜਿਹੜੇ ਆ ਉਹ ਵਾਪਸ ਦੇ ਦਿੱਤੇ ਜਾਂਦੇ ਆ, ਤਾਂ ਕਿ ਉਹ ਚੈੱਕ ਮਤਲਬ ਸਟੂਡੈਂਟਸ ਵੀ ਦੇਖ ਸਕਣ ਉਹਨਾਂ ਦੇ ਟੈਸਟ ਵਿੱਚ ਕਿਸ ਪ੍ਰਕਾਰ ਦੀਆਂ ਕਮੀਆਂ ਸੀ। ਇਹ ਤਾਂ ਗੱਲ ਹੋ ਜਾਂਦੀ ਹੈ ਸਟੂਡੈਂਟ ਆਪਣੇ ਰਿਟਨ ਟੈਸਟ ਦੀ, ਜੇ ਆਪਾਂ ਰਿਟਨ ਟੈਸਟ ਦੀ ਗੱਲ ਕਰ ਰਹੇ ਹਾਂ। ਕਹਿੰਦੇ ਜਿਹੜੇ ਹੁਣ ਰਿਟਨ ਟੈਸਟ ਹੈ ਇਹਦੇ ਵਿੱਚ 3 ਤਰ੍ਹਾਂ ਦੇ ਪ੍ਰਸ਼ਨ ਪੁੱਛੇ ਜਾ ਸਕਦੇ ਆ, ਨਿਬੰਧਾਤਮਕ, ਲਘੂ ਉੱਤਰ ਅਤੇ ਵਸਤੂਨਿਸ਼ਟ ਪ੍ਰਸ਼ਨ। ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਐਸੇ ਟਾਈਪ ਕੁਐਸਚਨ। ਐਸੇ ਟਾਈਪ ਕੁਐਸਚਨ ਜਿਵੇਂ ਤੁਹਾਨੂੰ ਪਤਾ ਹੀ ਹੈ ਸਟੂਡੈਂਟ, ਐਸੇ ਟਾਈਪ ਕੁਐਸਚਨ ਐਸੇ ਮਤਲਬ ਜਿਹੜਾ ਕਿ ਆਪਾਂ ਬਹੁਤ ਲੌਂਗ ਫਾਰਮ ਦੇ ਵਿੱਚ ਲਿਖਦੇ ਹਾਂ, 300-400 ਵਰਡਸ ਦਾ ਆਪਣਾ ਐਸੇ ਹੁੰਦਾ ਹੈਗਾ। ਉਸੇ ਤਰ੍ਹਾਂ ਕਹਿੰਦੇ ਆਪਣੇ ਜਿਹੜੇ ਅੱਜ ਦੇ ਜੇ ਦੇਖੀਏ ਆਪਾਂ ਅੱਜ ਦੀ ਜਿਹੜਾ ਸਿਨੈਰੀਓ ਚੱਲ ਰਿਹਾ ਉਹਦੇ ਵਿੱਚ ਵੀ ਐਸੇ ਟਾਈਪ ਕੁਐਸਚਨ ਦੇ ਪ੍ਰਯੋਗ ਹੁੰਦਾ। ਬਹੁਤ ਸਾਰੀਆਂ ਪ੍ਰੀਖਿਆਵਾਂ ਵਿੱਚ ਵਿਦਿਆਰਥੀਆਂ ਨੂੰ ਐਸੇ ਟਾਈਪ ਕੁਐਸਚਨ ਦਿੱਤੇ ਜਾਂਦੇ ਆ। ਉਹਦੇ ਵਿੱਚ ਵਿਦਿਆਰਥੀਆਂ ਦੀ ਲਿਖਣ ਦੀ ਜਿਹੜੀ ਕਲਾ ਉਹ ਨਿਖਰ ਕੇ ਸਾਹਮਣੇ ਆਉਂਦੀ ਹੈ। ਵਿਦਿਆਰਥੀਆਂ ਨੂੰ ਪਤਾ ਲੱਗਦਾ ਹੈ ਵਿਸ਼ਾ ਵਸਤੂ ਦਿੱਤਾ ਹੋਇਆ, ਉਸ ਵਿਸ਼ਾ ਵਸਤੂ ਦੇ ਉੱਤੇ ਹੀ ਬੱਚੇ ਨੇ ਜਿਹੜੇ ਆਪਣੇ ਸ਼ਬਦ ਹੈ ਉਹ ਪ੍ਰਯੋਗ ਕਰਕੇ ਲਿਖਣੇ ਆ, ਠੀਕ ਹੈ। ਉਸ ਤੋਂ ਬਾਅਦ ਸਟੂਡੈਂਟ ਉਵੇਂ ਜਿਹੜੇ ਟੀਚਰਸ ਹੈ ਸਟੂਡੈਂਟ ਦਾ ਮੁਲਾਂਕਣ ਕਰਦੇ ਆ, ਦੇਖਦੇ ਆ ਵਿਦਿਆਰਥੀਆਂ ਨੇ ਅਕੋਰਡਿੰਗ ਟੂ ਵਿਸ਼ਾ ਵਸਤੂ ਲਿਖਿਆ ਜਾਂ ਜਿੰਨੇ ਉਹਦੇ ਵਰਡਸ ਹੋਣੇ ਚਾਹੀਦੇ ਉਹ ਫੁੱਲਫਿਲ ਹੋ ਰਹੇ ਹੈ ਨਹੀਂ, ਮੁਲਾਂਕਣ ਕੀਤਾ ਜਾਂਦਾ। ਫਿਰ ਰੇਟਿੰਗ ਸਕੇਲ ਦੀ ਵਰਤੋਂ ਕੀਤੀ ਜਾਂਦੀ ਹੈ। ਵਿਦਿਆਰਥੀਆਂ ਨੂੰ ਪੂਰਾ ਸੁਤੰਤਰਤਾ ਹੁੰਦੀ ਹੈ ਇਹਦੇ ਵਿੱਚ। ਜਿਹੜੇ ਆਪਣੇ ਐਸੇ ਟਾਈਪ ਕੁਐਸਚਨ ਹੁੰਦੇ ਆ ਦੇ ਕੈਨ ਰਾਈਟ ਦੇਅਰ ਓਨ ਵਰਡਸ ਇਨ ਦੀਸ ਟਾਈਪ ਆਫ ਕੁਐਸਚਨਸ। ਆਪਣੇ ਵੱਲੋਂ ਕੁਐਸਚਨ ਲਿਖ ਸਕਦੇ, ਲੇਕਿਨ ਉਹ ਹੋਣਾ ਸਬਜੈਕਟ ਦੇ ਅਕੋਰਡਿੰਗ ਚਾਹੀਦਾ, ਸਬਜੈਕਟ ਤੋਂ ਬਾਹਰ ਨਹੀਂ ਹੋਣਾ ਚਾਹੀਦਾ, ਠੀਕ ਹੈ ਜੀ। ਨਿਬੰਧਾਤਮਕ ਉਹ ਤੋਂ ਬਾਅਦ ਪ੍ਰੀਖਣ ਦੀਆਂ ਕਿਸਮਾਂ ਆ ਜਾਂਦੀਆਂ। ਐਸੇ ਟਾਈਪ ਕੁਐਸਚਨ ਦੀਆਂ ਕਿਸਮਾਂ ਜਿਹੜੀਆਂ ਆ ਜਾਂਦੀਆਂ, ਇੱਕ ਤਾਂ ਪ੍ਰਤੀਬੰਧ ਉੱਤਰ ਪ੍ਰਸ਼ਨ, ਇੱਕ ਵਿਸਤ੍ਰਿਤ ਉੱਤਰ ਪ੍ਰਸ਼ਨ। ਪ੍ਰਤੀਬੰਧ ਰਿਸਟ੍ਰਕਟਡ ਰਿਸਪੌਂਸ, ਜਿਹਦੇ ਵਿੱਚ ਇੱਕ ਸੀਮਾ ਖੇਤਰ ਰੱਖਿਆ ਜਾਂਦਾ, ਜਿਹਦੇ ਵਿੱਚ ਵਿਸ਼ੇਸ਼ ਰੂਪ ਵਿੱਚ ਦੱਸਿਆ ਜਾਂਦਾ ਵਿਦਿਆਰਥੀ ਨੂੰ ਇਸ ਪ੍ਰਸੰਗ ਉੱਤੇ ਲਿਖਣਾ ਅਤੇ ਇੰਨੇ ਸ਼ਬਦਾਂ ਦੇ ਵਿੱਚ ਲਿਖਣਾ ਹੈਗਾ। ਦੈਟ ਇਜ਼ ਹੋ ਗਿਆ ਉਹਦਾ ਰਿਸਟ੍ਰਕਟਡ ਰਿਸਪੌਂਸ। ਐਗਜ਼ਾਮਪਲ ਜਿਵੇਂ ਉਹਨਾਂ ਦੋ ਹਾਲਾਤਾਂ ਬਾਰੇ ਦੱਸੋ ਜੋ ਮੰਗ ਅਤੇ ਪੂਰਤੀ ਦੇ ਨਿਯਮ ਨਿਭਾਉਂਦੇ। ਇਕਨੋਮਿਕਸ ਦਾ ਟੌਪਿਕ ਲਿੱਤਾ ਗਿਆ, ਮੰਗ ਅਤੇ ਪੂਰਤੀ ਦੀਆਂ ਜੋ ਪ੍ਰਯੋਗ ਨੂੰ ਦਰਸਾਉਂਦੇ ਉਹਨਾਂ ਬਾਰੇ ਵਿਦਿਆਰਥੀਆਂ ਨੇ ਲਿਖਣਾ। ਤਾਂ ਉਹ ਇੱਕ ਮਤਲਬ ਐਸੇ ਟੌਪਿਕ ਦੇ ਉੱਤੇ ਲਿਖਣਗੇ ਤਾਂ ਉਹ ਕੀ ਹੋ ਗਿਆ, ਰਿਸਟ੍ਰਕਟਡ ਏਰੀਆ ਹੋ ਗਿਆ ਸਟੂਡੈਂਟ ਲਈ। ਐਕਸਟੈਂਡਡ ਰਿਸਪੌਂਸ ਟਾਈਮ, ਇਹਦੇ ਵਿੱਚ ਵਿਦਿਆਰਥੀਆਂ ਨੂੰ ਪੂਰੀ ਸੁਤੰਤਰਤਾ ਦਿੱਤੀ ਜਾਂਦੀ ਹੈ। ਉਹ ਕਿਸੇ ਵੀ ਸਹੀ ਜਾਣਕਾਰੀ ਨੂੰ ਚੁਣੇ, ਆਪਣੇ ਆਪ ਸੰਗਠਿਤ ਕਰੇ, ਮੌਕਾ ਦਿੱਤਾ ਜਾਂਦਾ ਹੈ, ਆਪਣੇ ਆਪ ਹੀ ਵਿਸ਼ਾ ਵੀ ਚੂਜ਼ ਕਰੇ ਅਤੇ ਉਹਦਾ ਮੁਲਾਂਕਣ ਵੀ ਆਪਣੇ ਅਕੋਰਡਿੰਗ ਕਰੇ। ਜਿਵੇਂ ਆਪਾਂ ਕਹਿ ਦਈਏ ਭਾਰਤ ਦੀ ਵਰਤਮਾਨ ਪ੍ਰੀਖਿਆ ਪ੍ਰਣਾਲੀ ਦਾ ਆਪਾਂ ਚਲੋ ਸਪੋਜ਼ ਵਿਸ਼ਾ ਦੇਤਾ ਸਟੂਡੈਂਟ ਨੂੰ, ਮਤਲਬ ਲਿਖਣ ਦੀ ਉਹਨੂੰ ਪੂਰੀ ਸੁਤੰਤਰਤਾ ਹੈ। ਟੌਪਿਕ ਦੇ ਉੱਤੇ ਉਹ ਜਿੰਨਾ ਮਰਜ਼ੀ ਵਿਆਖਿਆ ਜਿਹੜੀ ਉਹ ਦੇ ਸਕਦਾ ਹੈ। ਹੁਣ ਇਹਦੇ ਲਾਭ ਕੀ ਹੈ? ਜਿਹੜਾ ਐਸੇ ਟਾਈਪ ਸਿਸਟਮ ਹੈ ਤਿਆਰ ਕਰਨਾ ਸੌਖਾ, ਈਜ਼ੀ ਟੂ ਕੰਸਟਰਕਟ। ਕੁਐਸਚਨ ਸਿਰਫ ਵਿਸ਼ਾ ਵਸਤੂ ਦੇਣਾ, ਬੱਚਿਆਂ ਨੇ ਆਪਣੇ ਆਪ ਉਸ 'ਤੇ ਲਿਖ ਲੈਣਾ ਹੈ। ਪ੍ਰੀਖਿਆ ਲੈਣੀ ਸੌਖੀ ਹੈ, ਈਜ਼ੀ ਟੂ ਐਡਮਿਨਿਸਟ੍ਰੇਟ। ਯਾਦ ਰੱਖਣ, ਯਾਦ ਸ਼ਕਤੀ ਦਾ ਮੁਲਾਂਕਣ, ਇਵੈਲਿਊਸ਼ਨ ਆਫ ਰਿਕਾਲਿੰਗ। ਹੁਣ ਜਿਹੜੀ ਐਸੇ ਟਾਈਪ ਕੁਐਸਚਨ ਹੁੰਦੇ ਬੇਸਿਕਲੀ ਉਹਦੇ ਵਿੱਚ ਆਪਣੀ ਕੀ ਹੈ, ਮੈਮਰੀ 'ਚ ਆਪਾਂ ਚੀਜ਼ਾਂ ਨੂੰ ਰੱਖਦੇ ਹਾਂ। ਇਹਦੇ ਨਾਲ ਕੀ ਬੱਚਿਆਂ ਦੀ ਜਿਹੜੀ ਮੈਮਰੀ ਹੈ ਉਹ ਸ਼ਾਰਪ ਹੋ ਜਾਂਦੀ ਹੈ। ਤਰਕ ਸੰਗਤ ਸੋਚਣੀ ਅਤੇ ਤਰਤੀਬ ਪੇਸ਼ਕਾਰੀ ਦਾ ਵਿਕਾਸ, ਬੱਚੇ ਆਪਣੇ ਤਰਕ ਨੂੰ ਰੱਖ ਕੇ ਆਪਣੇ ਸਾਰੇ ਪਹਿਲੂਆਂ ਨੂੰ ਧਿਆਨ ਵਿੱਚ ਰੱਖ ਕੇ ਲਿਖਦੇ ਆ ਅਤੇ ਸੋਚ ਕੇ ਲਿਖਦੇ ਆ। ਸੋਚਣ ਦੀ ਜਿਹੜੀ ਅਤੇ ਇੱਕ ਤਰਤੀਬ ਦੇ ਵਿੱਚ, ਜਿਵੇਂ ਪਹਿਲਾਂ ਕੋਈ ਜਾਣ ਪਹਿਚਾਣ ਲਿਖਣੀ ਹੈ, ਉਸ ਤੋਂ ਬਾਅਦ ਵਿਸ਼ੇ ਬਾਰੇ ਲਿਖਣਾ ਹੈ, ਫਿਰ ਉਹਦੇ ਕੋਈ ਪਿੱਠ ਭੂਮੀ ਤਿਆਰ ਕਰਨੀ ਹੈ ਜਾਂ ਇਸ ਤਰ੍ਹਾਂ ਮਤਲਬ ਫਿਰ ਉਹਦੇ ਕੋਈ ਐਡਵਾਂਟੇਜਿਸ ਹੈ, ਡਿਸਐਡਵਾਂਟੇਜ, ਲਾਈਕ ਇੱਕ ਪੂਰਾ ਸਟਰਕਚਰ ਹੋਊਗਾ। ਸਟਰਕਚਰਿਕ ਫੋਰਮ ਦੇ ਵਿੱਚ ਹੀ ਬੱਚਾ ਉਸ ਨੂੰ ਲਿਖਦਾ। ਫਿਰ ਇਹਦੇ ਨਾਲ ਕੀ ਹੈ, ਡਿਵੈਲਪ ਗੁੱਡ ਸਟੱਡੀ ਹੈਬਿਟਸ ਹੋ ਜਾਂਦੀਆਂ ਬੱਚੇ ਦੇ ਵਿੱਚ। ਸਟੱਡੀ ਦੀਆਂ ਆਪਣੇ ਆਪ ਪੜ੍ਹਨ ਦਾ, ਆਪਣੇ ਆਪ ਲਿਖਣ ਦੀਆਂ ਕਲਾਵਾਂ ਬੱਚੇ ਵਿੱਚ ਵਿਕਸਿਤ ਹੁੰਦੀਆਂ। ਇਹਦੇ ਵਿੱਚ ਨੋ ਪਲੇਸ ਫॉर ਗੈਸ ਵਰਕ। ਇਹਦੇ 'ਚ ਆਪਾਂ ਕੋਈ ਵੀ ਬੱਚਾ ਗੈਸ ਨਹੀਂ ਕਰਦਾ। ਜੋ ਵਿਸ਼ਾ ਵਸਤੂ ਦੇ ਬਾਰੇ ਲਿਖਣਾ ਤਾਂ ਗੈਸ ਦਾ ਤਾਂ ਇਹਦੇ 'ਚ ਸਵਾਲ ਹੀ ਨਹੀਂ ਪੈਦਾ ਹੁੰਦਾ। ਇਸ ਲਈ ਬੱਚੇ ਤੁੱਕੇਬਾਜ਼ੀ ਕਰਨ ਦੀ ਪ੍ਰਵਿਰਤੀ ਤੋਂ ਪਰਾਂ ਹੋ ਕੇ ਆਪਣੇ ਆਪ ਚੀਜ਼ਾਂ ਨੂੰ ਲਿਖਦੇ ਆ। ਭਾਸ਼ਾ ਸ਼ੈਲੀ ਦਾ ਵਿਕਾਸ, ਜਦੋਂ ਬੱਚੇ ਖੁਦ ਲਿਖਦੇ ਆ ਤਾਂ ਉਹਨਾਂ ਵਿੱਚ ਲੈਂਗੁਏਜ ਦੇ ਸਕਿੱਲਸ ਵੀ ਇਨਕਰੀਜ਼ ਹੁੰਦੇ ਆ ਅਤੇ ਲਿਖਣ ਹੁਨਰ ਵੀ ਵਿਕਾਸ ਹੁੰਦਾ। ਹੁਣ ਇਹਦੇ ਕੁਝ ਔਗੁਣ ਵੀ ਹੈ, ਨਾਨ ਵੈਲਿਡ ਹੈ। ਕਹਿੰਦੇ ਹੁਣ ਬੱਚੇ ਇੰਨੇ ਐਸੇ ਟਾਈਪ ਕੁਐਸਚਨ ਲਿਖੀ ਜਾਂਦੇ ਆ, ਦੇ ਆਰ ਨਾਟ ਵੈਲਿਡ ਫॉर देयर ਫਿਊਚਰ ਕੰਸਰਨ। ਜੇ ਆਪਾਂ ਦੇਖੀਏ ਤਾਂ ਉਹਨਾਂ ਲਈ ਕੋਈ ਵੀ ਇਹਨਾਂ ਦਾ ਲਾਭ ਨਹੀਂ ਹੁੰਦਾ। ਸੀਮਤ ਨਮੂਨੇ, ਲਿਮਿਟਡ ਸੈਂਪਲਿੰਗ ਹੁੰਦੀ ਹੈ। ਕਹਿੰਦੇ ਨਿਬੰਧਾਤਮਕ ਵਿੱਚ ਕੇਵਲ ਵਿਦਿਆਰਥੀ ਨੂੰ ਕੇਵਲ 5 ਜਾਂ 6 ਪ੍ਰਸ਼ਨ ਉੱਤਰ ਹੀ ਹੁੰਦੇ ਆ ਜਿਨ੍ਹਾਂ ਦੇ ਉੱਤੇ ਉਹਨਾਂ ਨੇ ਲਿਖਣਾ ਹੁੰਦਾ, ਤਾਂ ਜ਼ਿਆਦਾ ਉਹਨਾਂ ਦੀ ਕੋਈ ਜਿਹੜੀ ਸ਼ਕਤੀ ਉਹਨਾਂ ਦਾ ਵਿਕਾਸ ਨਹੀਂ ਹੋ ਪਾਉਂਦਾ।
ਭਰੋਸੇਯੋਗਤਾ ਦੀ ਇਹਨੂੰ ਲੈਕ ਆਫ ਰਿਲਾਇਬਿਲਿਟੀ ਹੁੰਦੀ ਹੈ, ਕਿਉਂਕਿ ਇਹਦੇ ਵਿੱਚ ਕੀ ਹੈ, ਵਿਦਿਆਰਥੀਆਂ ਕੋਲ ਕਈ ਵਾਰੀ ਜਾਂਚ ਪੜਤਾਲ ਮਤਲਬ ਜੋ ਟੌਪਿਕ ਦੇ ਉੱਤੇ ਰਿਸਰਚ ਕਰਦੇ ਆ, ਮੇਬੀ ਉਹਨਾਂ ਦੀ ਰਿਸਰਚ ਜਿਹੜੀ ਉਹ ਗਲਤ ਵੀ ਹੋ ਸਕਦੀ ਹੈ। ਰੱਟੇਬਾਜ਼ੀ ਨੂੰ ਉਤਸ਼ਾਹ, ਇਨਕਰੇਜ ਫॉर ਕ੍ਰੈਮਿੰਗ, ਕਿਉਂਕਿ ਐਸੇ ਟਾਈਪ ਕੁਐਸਚਨ ਕੀ ਹੈ, ਬਹੁਤ ਲੈਂਥੀ ਹੁੰਦੇ ਆ, ਉਹਨਾਂ ਨੂੰ ਮੈਮਰੀ ਦੇ ਵਿੱਚ ਯਾਦ ਰੱਖਣਾ ਹੁੰਦਾ, ਤਾਂ ਬੱਚਾ ਕੀ ਕਰਦਾ, ਬੇਸਿਕਲੀ ਉਹਨੂੰ ਕ੍ਰੈਮ ਕਰ ਲੈਂਦਾ, ਕ੍ਰੈਮ ਕਰਕੇ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਕ੍ਰੈਮ ਕੀਤਾ ਉਸੇ ਤਰ੍ਹਾਂ ਨੋਟਬੁੱਕ ਦੇ ਉੱਤੇ ਲਿਖ ਦਿੰਦਾ। ਦਿਸ ਇਜ਼ ਅ ਡਿਸਐਡਵਾਂਟੇਜ, ਬਿਗੇਸਟ ਡਿਸਐਡਵਾਂਟੇਜ ਆਫ ਦਿਸ ਐਸੇ ਟਾਈਪ ਕੁਐਸਚਨਸ। ਨੈਤਿਕ ਪੱਧਰਾਂ ਨੂੰ ਨੀਵਾਂ ਕਰਦੇ, ਲੋਨ ਮੋਰਲ ਵੈਲਿਊ ਆਫ ਸਟੂਡੈਂਟ, ਕਿਉਂਕਿ ਬੱਚੇ ਆਪਣੇ ਮਤਲਬ ਆਪਣੇ ਟੌਪਿਕ ਨੂੰ ਜਸਟੀਫਾਈ ਕਰਨ ਲਈ ਕਈ ਵਾਰੀ ਨੈਤਿਕ, ਗੈਰ ਅਨੁਸ਼ਾਸਿਤ, ਗੈਰ ਸਮਾਜਿਕ, ਨਜਾਇਜ਼ ਚੀਜ਼ਾਂ ਲਿਖਣ ਦੀ ਜਾਂ ਕੋਸ਼ਿਸ਼ ਕਰਦੇ ਆ ਰਿਪਰੈਜ਼ੈਂਟ ਕਰਨ ਦੀ। ਭਾਸ਼ਾ ਹੁਨਰਾਂ ਉੱਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਜਾਂਦਾ। ਜਾਂਚ ਕਰਨ ਵਿੱਚ ਵੀ ਟੀਚਰ ਨੂੰ ਦੇਖੋ ਕਠਿਨਾਈ ਹੁੰਦੀ ਹੈ, ਲੈਂਥੀ ਕੁਐਸਚਨ ਚੈੱਕ ਕਰਨੇ ਵੀ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਂਦੇ ਹੈ। ਇਹਦੇ ਵਿੱਚ ਸੁਪਰੀਮੇਸੀ ਆਫ ਸਬਜੈਕਟਿਵਿਟੀ ਨੂੰ ਸਿਰਫ ਸਬਜੈਕਟ ਨੂੰ ਹੀ ਮਾਨਤਾ ਦਿੱਤੀ ਜਾਂਦੀ ਹੈ, ਹੋਰ ਚੀਜ਼ਾਂ ਪਹਿਲੂਆਂ ਦਾ ਧਿਆਨ ਨਹੀਂ ਰੱਖਿਆ ਜਾਂਦਾ। ਇਹਦੇ ਵਿੱਚ ਆਪਾਂ ਬੱਚੇ ਦੀ ਅਸਲ ਯੋਗਤਾ ਦੀ ਪਹਿਚਾਣ ਨਹੀਂ ਕਰ ਪਾਉਂਦੇ। ਸਰੀਰਕ ਅਤੇ ਭਾਵਿਕ ਵਿਕਾਸ ਉੱਤੇ ਬੈਡ ਇਫੈਕਟ ਪੈਂਦਾ, ਕਿਉਂਕਿ ਆਪਣਾ ਦਿਮਾਗੀ ਇਹਨਾਂ ਦੇ ਅਕੋਰਡਿੰਗ ਦਿਮਾਗੀ ਤਣਾਅ, ਚਿੰਤਾ, ਪਰੇਸ਼ਾਨੀ, ਜਦੋਂ ਐਸੇ ਟਾਈਪ ਆਫ ਕੁਐਸਚਨ ਬੱਚੇ ਦੇ ਯਾਦ ਨਹੀਂ ਹੁੰਦੇ ਤਾਂ ਬਰਡਨ ਲੈ ਜਾਂਦੇ ਆ, ਤਾਂ ਇਸ ਤਰ੍ਹਾਂ ਦੀਆਂ ਪ੍ਰਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਧਿਆਪਨ ਉੱਤੇ ਵੀ ਭਾਰੂ ਪੈ ਜਾਂਦੇ ਆ, ਕਿਉਂਕਿ ਗਾਈਡ ਨੋਟਸ, ਗੈਸ ਪੇਪਰ ਵਗੈਰਾ ਬੱਚੇ ਇਹਨਾਂ ਚੀਜ਼ਾਂ ਤੋਂ ਪੜ੍ਹਨ ਲੱਗ ਜਾਂਦੇ ਆ। ਟੀਚਰਸ ਦਾ ਕਲਾਸ ਦੇ ਵਿੱਚ ਉਹਨਾਂ ਮਤਲਬ ਜੋ ਚੀਜ਼ਾਂ ਸਮਝਾਉਂਦੇ ਉਹ ਨਹੀਂ ਸਮਝਦੇ, ਸਿਰਫ ਗਾਈਡਾਂ ਦਾ ਪ੍ਰਯੋਗ ਕਰਕੇ ਚੀਜ਼ਾਂ ਦੀ ਕ੍ਰੈਮਿੰਗ ਕਰ ਲੈਂਦੇ ਆ। ਗੈਰ ਰਸਮੀ ਹੈ ਇਹ ਚੀਜ਼ ਨੂੰ ਆਪਾਂ ਮਤਲਬ ਲਾਗੂ ਇਸ ਤੌਰ 'ਤੇ ਨਹੀਂ ਕਰ ਸਕਦੇ। ਫਿਰ ਕੁਝ ਸੁਝਾਅ ਦਿੱਤੇ ਹੋਏ ਹੈ, ਕਹਿੰਦੇ ਸੁਝਾਵਾਂ ਦੇ ਵਿੱਚ ਕੀ ਕਰ ਸਕਦੇ ਆ, ਜੇ ਆਪਾਂ ਐਸੇ ਟਾਈਪ ਕੁਐਸਚਨ ਰੱਖਣੇ ਆ ਤਾਂ ਪ੍ਰਸ਼ਨਾਂ ਦੀ ਕੋਈ ਨਿਯਮਤ ਹੋਣੀ ਚਾਹੀਦੀ ਹੈ ਵੀ ਕਿਵੇਂ ਹੋਣੇ ਚਾਹੀਦੇ, ਆਸਾਨ ਤੋਂ ਮੁਸ਼ਕਿਲ ਕਿਸ ਪੱਖ ਵੱਲ ਜਾਣਾ ਹੈ। ਅਧਿਆਪਕਾਂ ਨੂੰ ਵੀ ਪ੍ਰਸ਼ਨਾਂ ਨੂੰ ਖੁੱਲ੍ਹੇਪਨ ਦੇ ਉੱਤੇ ਸੰਤੁਲਨ ਬਣਾ ਕੇ ਚੱਲਣਾ ਚਾਹੀਦਾ ਹੈ। ਸਿੱਖਣ ਦਾ ਉਦੇਸ਼ ਇਹਦੇ ਵਿੱਚ ਮੁੱਖ ਰੱਖਣਾ ਚਾਹੀਦਾ ਹੈ ਅਤੇ ਵਿਸ਼ਾ ਵਸਤੂ ਨੂੰ ਬਹੁਤ ਹੀ ਧਿਆਨ ਨਾਲ ਚੂਜ਼ ਕਰਨਾ ਚਾਹੀਦਾ ਹੈ। ਉਦੋਂ ਬਾਅਦ ਆਉਂਦੇ ਸ਼ੋਰਟ ਆਨਸਰ ਟਾਈਪ ਕੁਐਸਚਨ। ਇਹਨਾਂ ਵਿੱਚ ਕੀ ਹੁੰਦਾ, ਇਹਨਾਂ ਵਿੱਚ ਮਤਲਬ ਸਟੂਡੈਂਟ ਨੇ ਜੋ ਆਨਸਰ ਦੇਣੇ ਨੇ ਕੁਝ ਵਾਕਾਂ ਵਿੱਚ ਜਾਂ ਕੁਝ ਸ਼ਬਦਾਂ ਵਿੱਚ ਆਪਣੇ ਜਿਹੜੇ ਆਨਸਰ ਹੈ ਦੇਣੇ ਹੁੰਦੇ ਹੈ। ਇਹਨਾਂ ਨੂੰ ਪੜ੍ਹਨ ਉੱਤੇ ਵੀ ਘੱਟ ਟਾਈਮ ਲੱਗਦਾ ਹੈ, ਠੀਕ ਹੈ ਨਾ, ਕਿਉਂਕਿ ਐਸੇ ਟਾਈਪ ਕੁਐਸਚਨ ਨੂੰ ਯਾਦ ਕਰਨ 'ਤੇ ਬਹੁਤ ਟਾਈਮ ਲੱਗਦਾ, ਇਹਨੂੰ ਪੜ੍ਹਨ ਉੱਤੇ ਘੱਟ ਲੱਗਦਾ। ਅਤੇ ਇਹਨਾਂ ਪ੍ਰਸ਼ਨਾਂ ਵਿੱਚ ਕੁਝ ਹਦਾਇਤਾਂ ਹੁੰਦੀਆਂ, ਜਿਵੇਂ ਇਹਨਾਂ ਦਾ ਆਕਾਰ, ਲੰਬਾਈ ਕਿੰਨੀ ਹੋਵੇਗੀ, ਕੀ ਕੁਛ ਲਿਖਣਾ, ਉੱਤਰ ਦੀ ਲੰਬਾਈ 20 ਸ਼ਬਦਾਂ ਤੋਂ, ਮਤਲਬ ਇੱਕ ਪ੍ਰੋਪਰ ਕ੍ਰਾਈਟੀਰੀਆ ਬੇਸਡ ਹੁੰਦੇ ਹੈ। ਅਤੇ ਉੱਤਰ ਵਿਦਿਆਰਥੀਆਂ ਦੁਆਰਾ ਹੀ ਦਿੱਤਾ ਜਾਣਾ ਚਾਹੀਦਾ, ਨਾ ਕਿ ਪਹਿਲਾਂ ਤੋਂ ਨਿਰਧਾਰਿਤ, ਮਤਲਬ ਪਹਿਲਾਂ ਤਾਂ ਕੋਈ ਨਿਰਧਾਰਿਤ ਉੱਤਰ ਨਹੀਂ ਹੋਣਾ ਚਾਹੀਦਾ, ਵਸਤੂ ਵਿਦਿਆਰਥੀ ਜਿਹੜੇ ਆਪਣੇ ਆਪ ਉੱਤਰ ਨੂੰ ਬਣਾ ਕੇ ਲਿਖਦੇ ਆ। ਟਾਈਪਸ ਆਫ ਸ਼ੋਰਟ ਆਨਸਰ ਟੈਸਟ ਦੀ ਸਭ ਤੋਂ ਪਹਿਲਾਂ ਹੈਗਾ ਵਿਸਤ੍ਰਿਤ ਉੱਤਰ ਪ੍ਰਸ਼ਨ, ਐਕਸਟੈਂਡਡ ਆਨਸਰ। ਇਹਦੇ ਵਿੱਚ ਕੀ ਇੱਕ ਸੰਖੇਪ ਵਰਣਨ ਹੁੰਦਾ, ਜਿਵੇਂ ਮੈਪ ਬਣਾਉਣ ਲਈ, ਸੂਚੀ ਬਣਾਉਣ ਲਈ, ਗਣਨਾ ਕਰਨ ਲਈ, ਅਨੁਵਾਦ ਕਰਨ ਲਈ ਕਹਿ ਸਕਦੇ, ਜਿਵੇਂ ਕਿਸੇ ਦੀ ਜਿਵੇਂ ਵਿਸ਼ੇਸ਼ਣ ਦੀ ਪਰਿਭਾਸ਼ਾ ਦਿਓ, ਪਹਿਲੇ ਵਿਸ਼ੇ ਯੁੱਧ ਵਿੱਚ ਕੀ ਸੀ, ਮਤਲਬ ਦੀਜ਼ ਆਰ ਟਾਈਪਸ ਆਫ ਦੀਜ਼ ਸ਼ਾਰਟ ਆਨਸਰ ਟਾਈਪ ਕੁਐਸਚਨਸ। ਇਹਨਾਂ ਦੱਸਿਆ ਹੋਇਆ ਵੀ ਇਹਦੇ ਵਿੱਚ ਵਿਸਤ੍ਰਿਤ ਜਿਹੜੇ ਪ੍ਰਸ਼ਨ ਆ ਉਹਨਾਂ ਨੂੰ ਕਿਵੇਂ ਐਕਸਪਲੇਨ ਕਰ ਸਕਦੇ। ਉਸ ਤੋਂ ਬਾਅਦ ਆ ਜਾਂਦਾ ਪੂਰਤੀ ਉੱਤਰ ਪ੍ਰਸ਼ਨ, ਕੰਪਲੀਸ਼ਨ ਟਾਈਪ। ਇਹਦੇ ਵਿੱਚ ਕੀ ਹੈ, ਵਿਦਿਆਰਥੀ ਨੂੰ ਵਾਕ ਨੂੰ ਪੂਰਾ ਕਰਨਾ ਜਾਂ ਕੋਈ ਖਾਲੀ ਥਾਵਾਂ ਵਗੈਰਾ ਹੁੰਦੀਆਂ ਜਾਂ ਸਿੱਧਾ ਪ੍ਰਸ਼ਨ ਪੁੱਛਣਾ, ਉਹ ਸਾਰਾ ਕੁਛ ਆਉਂਦਾ। ਜਿਵੇਂ ਉਦਾਹਰਨਾਂ ਵਿੱਚ ਦੇਖੋ, ਮਨੁੱਖੀ ਅੱਖ ਦੀ ਰੋਸ਼ਨੀ ਵਿੱਚ ਮਨੁੱਖ ਦੀ ਅੱਖ ਵਿੱਚ ਰੋਸ਼ਨੀ ਪ੍ਰਵੇਸ਼ ਕਰਦੀ ਹੈ ਡੈਸ਼, ਜੋ ਕਿ ਇੱਕ ਭਾਗ ਨਾਲ ਘਿਰੀ ਹੁੰਦੀ ਹੈ, ਜਿਸ ਨੂੰ ਡੈਸ਼ ਕਿਹਾ ਜਾਂਦਾ ਹੈ। ਜਿਵੇਂ ਮਤਲਬ ਇਸ ਤਰ੍ਹਾਂ ਇੱਕ ਆਪਾਂ ਡੈਸ਼ਿਜ਼ ਵਗੈਰਾ ਲਗਾ ਕੇ ਕੰਪਲੀਟ ਕਰਨ ਲਈ ਸੈਂਟੈਂਸ ਬੱਚਿਆਂ ਨੂੰ ਕਹਿੰਦੇ ਹਾਂ। ਹੁਣ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਦੇ ਕੀ ਗੁਣ ਹੁੰਦੇ ਆ, ਤਿਆਰ ਕਰਨੇ ਸੌਖੇ ਹੁੰਦੇ, ਈਜ਼ੀ ਟੂ ਕੰਸਟਰਕਟ ਹੋ ਜਾਂਦੇ, ਇਹਨਾਂ ਨੂੰ ਬਣਾਉਣਾ ਬਹੁਤ ਈਜ਼ੀ ਹੁੰਦਾ। ਸੈਂਪਲ ਜਿਹੜੇ ਹੁੰਦੇ ਆ ਇਹਨਾਂ ਦੇ ਅਲੱਗ-ਅਲੱਗ ਸੈਂਪਲ ਹੁੰਦੇ ਆ, ਤਾਂ ਬੱਚੇ ਮਤਲਬ ਸੈਂਪਲਿੰਗ ਦੇ ਆਧਾਰ 'ਤੇ ਆਪਾਂ ਛੋਟੇ ਉੱਤਰ ਬਣਾਉਣ ਲਈ ਕਹਿੰਦੇ ਅਲੱਗ-ਅਲੱਗ ਕੋਈ ਨਮੂਨੇ ਦੇਖ ਕੇ, ਸੈਂਪਲਿੰਗ ਦੇਖ ਕੇ ਇਹਨਾਂ ਨੂੰ ਬਣਾਇਆ ਜਾ ਸਕਦਾ। ਇਹਦੇ ਵਿੱਚ ਬੱਚਿਆਂ ਵਿੱਚ ਚੰਗੀਆਂ ਆਦਤਾਂ ਦਾ ਨਿਰਮਾਣ ਹੁੰਦਾ, ਕਿਉਂਕਿ ਸਿਲੇਬਸ ਦਾ ਅਧਿਐਨ ਕਰਦੇ ਆ ਬੱਚੇ, ਕਿਸੇ ਵੀ ਟੌਪਿਕ ਨੂੰ ਛੱਡਦੇ ਨਹੀਂ, ਕਿਉਂਕਿ ਸ਼ਾਰਟ ਨੋਟ ਕਿਤੋਂ ਵੀ ਆ ਸਕਦਾ ਹੁੰਦਾ ਹੈਗਾ। ਜ਼ਿਆਦਾ ਵਸਤੂਵਾਚਕ, ਮੋਰ ਆਬਜੈਕਟਿਵ ਐਜ਼ ਕੰਪੇਅਰ ਟੂ ਐਸੇ ਟਾਈਪ ਕੁਐਸਚਨ, ਕਿਉਂਕਿ ਬੱਚਿਆਂ ਨੂੰ ਇੱਕ ਤਾਂ ਛੋਟੇ ਕੁਐਸਚਨ ਹੁੰਦੇ ਆ, ਲਿਖਣੇ ਵੀ ਸੌਖੇ ਹੋ ਜਾਂਦੇ ਆ, ਯਾਦ ਕਰਨੇ ਵੀ ਈਜ਼ੀ ਹੋ ਜਾਂਦੇ ਆ। ਭਾਸ਼ਾ ਅਤੇ ਲਿਖਾਈ ਦਾ ਘੱਟ ਹੁੰਦਾ, ਲੈਸ ਐਫਰਟ ਔਨ ਲੈਂਗੁਏਜ ਐਂਡ ਹੈਂਡ ਰਾਈਟਿੰਗ। ਇਹਦੇ ਵਿੱਚ ਬਸ ਬੱਚਿਆਂ ਨੂੰ ਥੋੜ੍ਹਾ ਲਿਖਣਾ ਪੈਂਦਾ, ਭਾਸ਼ਾ ਉੱਪਰ ਕੋਈ ਜ਼ਿਆਦਾ ਜ਼ੋਰ ਨਹੀਂ ਪੈਂਦਾ। ਯਾਦਦਾਸ਼ਤ ਚਾਂਚਲਿਤ ਤਾਂ ਬੈਸਟ ਫॉर ਇਵੈਲੂਏਸ਼ਨ ਮੈਮਰੀ, ਕਿਉਂਕਿ ਜਦੋਂ ਟੀਚਰ ਨੇ ਕਲਾਸ ਦੇ ਵਿੱਚ ਚੈਪਟਰ ਪੜ੍ਹਾਤਾ ਉਸ ਤੋਂ ਬਾਅਦ ਸ਼ੋਰਟ ਆਨਸਰ ਟਾਈਪ ਕੁਐਸਚਨ ਪੁੱਛੇ ਤਾਂ ਚੈੱਕ ਹੋ ਜਾਂਦੀ ਹੈ ਬੱਚੇ ਦੀ ਮੈਮਰੀ ਵੀ, ਉਹਨੇ ਚੰਗੀ ਤਰ੍ਹਾਂ ਯਾਦ ਹੋਈ ਹੈ ਚੀਜ਼ ਜਾਂ ਉਹਨੇ ਸਮਝੀ ਹੈ ਜਾਂ ਨਹੀਂ ਸਮਝੀ। ਨਿਸ਼ਚਿਤ ਉੱਤਰ ਹੁੰਦੇ ਆ, ਮਤਲਬ ਜਿਸ ਪ੍ਰਕਾਰ ਦਾ ਕੁਐਸਚਨ ਹੋਏਗਾ ਉਸ ਪ੍ਰਕਾਰ ਦਾ ਨਿਸ਼ਚਿਤ ਉੱਤਰ ਹੋਏਗਾ। ਅਤੇ ਇਹਦੇ ਵਿੱਚ ਸਮੇਂ ਪ੍ਰਾਰਥੀ ਨੂੰ ਆਪਣੇ ਅਗਿਆਨਤਾ ਇੱਧਰ ਉੱਧਰ ਦੀਆਂ ਗੱਲਾਂ ਲਿਖ ਕੇ ਨਹੀਂ ਉਹ ਕਰ ਸਕਦੇ, ਮਤਲਬ ਜੋ ਕੁਐਸਚਨ ਹੈ ਉਸੇ ਫਾਰਮ ਦੇ ਵਿੱਚ ਆਨਸਰ ਲਿਖਿਆ ਜਾਂਦਾ। ਪਰ ਉਸ ਸਹਿਯੋਗ ਹੈ ਐਜ਼ ਕੰਪੇਅਰ ਟੂ ਐਸੇ ਟਾਈਪ, ਦਿਸ ਇਜ਼ ਅ ਮੋਰ ਐਫੀਸ਼ੀਐਂਟ ਅਪਰੋਚ। ਹੁਣ ਇਹਦੇ ਅਵਗੁਣ ਵੀ ਹੈ। ਅਵਗੁਣ ਕੀ ਹੈ, ਕਹਿੰਦੇ ਉੱਚ ਗਿਆਨਾਤਮਕ ਗੁਣਾਂ ਦੇ ਮੁਲਾਂਕਣ ਲਈ ਉਚਿਤ ਨਹੀਂ ਹੈ। ਜੇ ਆਪਾਂ ਮਤਲਬ ਕੋਈ ਜ਼ਿਆਦਾ ਉਚਾਤਮਕ ਗੁਣਾਂ ਦੀ ਪ੍ਰਯੋਗ ਕਰ ਰਹੇ ਹਾਂ ਤਾਂ ਉਹਦੇ ਵਿੱਚ ਜ਼ਿਆਦਾ ਆਪਾਂ ਇਹਦੇ 'ਤੇ ਉਹ ਨਹੀਂ ਕਰ ਸਕਦੇ, ਭਰੋਸਾ ਨਹੀਂ ਕਰ ਸਕਦੇ। ਅਤੇ ਜ਼ਿਆਦਾ ਪ੍ਰਮਾਣਿਕ ਨਹੀਂ ਹੈ, ਨਾਟ ਮੱਚ ਵੈਲਿਡ, ਜ਼ਿਆਦਾ ਵੈਲਿਡ ਵੀ ਨਹੀਂ ਹੁੰਦੇ, ਕਿਉਂਕਿ ਇਹਦੇ ਵਿੱਚ ਕੀ ਆਪਾਂ ਭਾਸ਼ਾ ਦੇ ਜਿਹੜੇ ਮੁਕਾਬਲੇ ਵਗੈਰਾ ਹੈਗੇ ਆ ਉਹ ਉਸ ਹੱਦ ਤੱਕ ਪ੍ਰਮਾਣਿਤ ਨਹੀਂ ਕਰ ਪਾਉਂਦੇ। ਵਿਆਪਕ ਨਮੂਨੇ ਨਹੀਂ ਹੈਗੇ ਤਾਂ ਜ਼ਿਆਦਾ ਮਤਲਬ ਆਪਣੇ ਕੋਲ ਇਹਦੀ ਸੈਂਪਲਿੰਗ ਵੀ ਆਪਣੇ ਕੋਲ ਜ਼ਿਆਦਾ ਜਿਹੜੀ ਹੈਗੀ ਉਹ ਇਹਦੀ ਪ੍ਰੋਵਾਈਡ ਨਹੀਂ ਹੁੰਦੀ।
ਉਸ ਤੋਂ ਬਾਅਦ ਆਪਣੇ ਕੋਲ ਵਸਤੂਨਿਸ਼ਟ ਪ੍ਰਸ਼ਨ ਆਬਜੈਕਟਿਵ ਟਾਈਪ ਕੁਐਸਚਨ ਆ ਜਾਂਦੇ ਆ ਬਈ। ਆਬਜੈਕਟਿਵ ਟਾਈਪ ਕੁਐਸਚਨ ਦੇ ਵਿੱਚ ਸਟੂਡੈਂਟ ਕੀ ਹੁੰਦਾ ਵੀ ਜਿਹਦੇ ਵਿੱਚ ਆਪਣੇ ਕੋਲ ਬੱਚਿਆਂ ਨੂੰ ਇੱਕ ਕੁਐਸਚਨ ਦਿੱਤਾ ਹੋਇਆ ਹੈ, ਉਹਦੀਆਂ ਆਪਸ਼ਨਸ ਦਿੱਤੀਆਂ ਹੁੰਦੀਆਂ, ਬੱਚੇ ਉਹਦੇ ਵਿੱਚ ਚੂਜ਼ ਕਰਕੇ ਕਰਦੇ ਹੈਗੇ ਆਪਣਾ। ਇਹਦੇ ਵਿੱਚ ਸਿੱਖਿਆ ਮਾਪਣ ਨੂੰ ਇੱਕ ਵਧੀਆ ਤਰੀਕੇ ਨਾਲ ਮਾਪ ਸਕਦੇ ਆ, ਜਿਵੇਂ ਇਹਦੇ ਵਿੱਚ ਖਾਲੀ ਥਾਵਾਂ ਵੀ ਆ ਜਾਂਦੀਆਂ, ਬਹੁ ਚੋਣ ਵੀ ਆ ਜਾਂਦੇ ਆ, 1-2 ਸ਼ਬਦਾਂ ਦੇ ਅੰਕ ਲਿਖੇ, ਇਹ ਸਾਰੀਆਂ ਚੀਜ਼ਾਂ ਦੇ ਵਿੱਚ ਸ਼ਾਮਿਲ ਹੋ ਜਾਂਦੀਆਂ। ਹੁਣ ਇਹਦੀਆਂ ਵੀ ਕੁਝ ਕਿਸਮਾਂ ਦਿੱਤੀਆਂ ਹੋਈਆਂ, ਜਿਵੇਂ ਫੈਕਚੁਅਲ ਨੌਲੇਜ ਹੈ, ਐਪਲੀਕੇਸ਼ਨਸ ਹੈ, ਐਨਾਲਿਟਿਕ ਇਵੈਲੂਏਸ਼ਨ ਹੈ। ਤਾਂ ਇਹ ਇਹਦੀਆਂ ਕਿਸਮਾਂ 'ਚ ਆਏ। ਸਭ ਤੋਂ ਪਹਿਲਾਂ ਇਹਦੇ ਬਹੁ ਚੋਣੀ ਪ੍ਰਸ਼ਨ। ਬਹੁ ਚੋਣੀ ਪ੍ਰਸ਼ਨ ਕੀ ਹੈ? ਇਹਦੇ ਵਿੱਚ ਆਪਾਂ ਨੂੰ ਜਿਵੇਂ ਉਦਾਹਰਨ ਦੇ ਵਿੱਚ ਜਿਵੇਂ ਬਹੁ ਚੋਣੀ ਵਿੱਚ 3 ਭਾਗ ਹੁੰਦੇ, ਇੱਕ ਤਾਂ ਨਾ ਇੱਕ ਕੁੰਜੀ ਅਤੇ ਵਿਚਲਕ। ਬਹੁ ਚੋਣੀ ਪ੍ਰਸ਼ਨ ਬਣਾਉਣ ਸਮੇਂ ਇਹਨਾਂ 3 ਭਾਗਾਂ ਦੇ ਵਿੱਚ ਵਿਸ਼ੇਸ਼ ਰੂਪ ਨਾਲ ਧਿਆਨ ਰੱਖੋ। ਕੁੰਜੀ ਅਤੇ ਵਿਚਲਕ ਪ੍ਰਸ਼ੰਸਕ ਹੋ ਸਕਦੇ ਪਰੰਤੂ ਸਹੀ ਉੱਤਰ ਨਹੀਂ ਹੁੰਦੇ। ਉਦਾਹਰਨ ਦੇਖੋ, ਸਿੱਧਾ ਪ੍ਰਸ਼ਨ ਡਾਇਰੈਕਟ, ਜਿਵੇਂ ਤਨਾ ਵਸਤੂਨਿਸ਼ਟ ਪ੍ਰਸ਼ਨ ਇੱਕ ਜ਼ਰੂਰੀ ਵਿਸ਼ੇਸ਼ਤਾ ਹੈ। ਇਹਦੇ ਵਿੱਚ ਆਪਾਂ ਨੂੰ ਕੀ ਹੈ, ਬੇਸਿਕਲੀ ਜੇ ਤੁਸੀਂ ਇਹਨੂੰ ਸਮਝਣਾ, ਇੰਨਾ ਇਹਨੂੰ ਡੀਪ 'ਚ ਕਰਨ ਵਿੱਚ ਜ਼ਰੂਰਤ ਨਹੀਂ ਹੈ ਸਟੂਡੈਂਟ। ਤਾਂ ਇਹਦੇ ਵਿੱਚ ਤੁਸੀਂ ਕੀ ਸਮਝੋਗੇ, ਆਬਜੈਕਟਿਵ ਟਾਈਪ ਕੁਐਸਚਨ ਕੀ ਹੁੰਦਾ, ਜਿਹਦੇ ਵਿੱਚ ਆਪਾਂ ਇੱਕ ਕੁਐਸਚਨ ਹੈ ਜਿਹਦੀਆਂ ਕੁਝ ਆਪਸ਼ਨਸ ਹੁੰਦੀਆਂ, ਜਿਨ੍ਹਾਂ ਦੇ ਆਧਾਰ 'ਤੇ ਆਪਾਂ ਚੀਜ਼ਾਂ ਨੂੰ ਚੁਣ ਕੇ ਬੱਚੇ ਉਹਦੇ ਸਹੀ ਦਿੰਦੇ ਆ। ਜਿਵੇਂ ਆ ਵੇਖੋ, ਇੱਕ ਸਹੀ ਚੋਣ ਵਾਲੇ ਪ੍ਰਸ਼ਨ, ਠੀਕ ਹੈ। ਇਹਦੇ ਵਿੱਚ ਜਿਵੇਂ ਭਾਰਤ ਦੀ ਰਾਜਧਾਨੀ ਕਿਹੜੀ ਆ, ਉਹ 4 ਆਪਸ਼ਨ ਉਹਨਾਂ 'ਚੋਂ ਬੱਚਾ ਚੂਜ਼ ਕਰ ਲੈਂਦਾ। ਬੈਸਟ ਆਨਸਰ ਟਾਈਪ, ਇਹਨਾਂ ਦੇ ਵਿੱਚੋਂ ਮਤਲਬ ਕੁਝ ਆਨਸਰਸ ਮਿਲਦੇ ਜੁਲਦੇ ਦਿੱਤੇ ਹੁੰਦੇ, ਉਹਨਾਂ 'ਚੋਂ ਬੈਸਟ ਆਨਸਰ ਕਿਹੜਾ ਹੈ। ਸਭ ਤੋਂ ਖਰਾਬ ਉੱਤਰਾਂ ਵਾਲੇ ਪ੍ਰਸ਼ਨ, ਠੀਕ ਹੈ। ਇਹਨਾਂ ਵਿੱਚ ਪ੍ਰਸ਼ਨਾਂ ਦੇ ਉੱਤਰ ਸਹੀ ਹੁੰਦੇ ਹੈ, ਪਰ ਪ੍ਰਕਿਰਿਆਵਾਂ ਉੱਤੇ ਖਰਾਬ ਚੋਣ ਕਰਨੀ ਹੁੰਦੀ ਹੈ, ਵੀ ਮਤਲਬ ਇਹਨਾਂ ਵਿੱਚੋਂ ਕਿਹੜਾ ਨਹੀਂ ਸਹੀ ਉਹ ਚੋਣ ਕਰਨਾ ਹੁੰਦਾ। ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਲਈਆਂ ਜਾਂਦੀਆਂ ਹੈਗੀਆਂ। ਐਡਵਾਂਟੇਜ ਕੀ ਹੈ, ਵਿਦਿਆਰਥੀ ਚੀਜ਼ਾਂ ਨੂੰ ਸਹੀ ਤਰੀਕੇ ਨਾਲ ਗ੍ਰਹਿਣ ਕਰਨਾ ਸਿੱਖ ਜਾਂਦੇ ਆ, ਸਹੀ ਚੀਜ਼ਾਂ ਬਾਰੇ ਬੱਚਿਆਂ ਨੂੰ ਪਤਾ ਲੱਗ ਜਾਂਦਾ, ਮਨੋਵਿਗਿਆਨਿਕ ਪਰਿਸਥਿਤੀ ਵਧੀਆ ਰਹਿੰਦੀ ਹੈ ਬੱਚਿਆਂ ਦੀ। ਹਾਨੀਆਂ ਵੀ ਹੈ, ਕਿਉਂਕਿ ਬੱਚੇ ਭਾਸ਼ਾ ਵਿਯੋਗਤਾ ਦਾ ਵਿਗਿਆਨ ਨਹੀਂ ਕਰ ਪਾਉਂਦੇ। ਇਹਦੇ ਵਿੱਚ ਬੱਚਿਆਂ ਨੂੰ ਮਤਲਬ ਆਪਾਂ ਸਿਰਫ ਆਪਸ਼ਨਲ ਦੇ ਆਧਾਰ 'ਤੇ ਬੱਚਿਆਂ ਦੀ ਬੁੱਧੀ ਨਹੀਂ ਚੈੱਕ ਕਰ ਸਕਦੇ, ਕਈ ਵਾਰੀ ਤੁੱਕੇ ਵੀ ਲਗਾ ਲੈਂਦੇ ਆ ਬੱਚੇ, ਤਾਂ ਯਾਦ ਨਹੀਂ ਕਰਦੇ ਚੀਜ਼ਾਂ ਨੂੰ। ਤਾਂ ਇਹ ਸਾਰੀਆਂ ਚੀਜ਼ਾਂ ਕੀ ਹੋ ਜਾਂਦੀਆਂ ਨੇ, ਡਿਸਐਡਵਾਂਟੇਜ ਦੇ ਵਿੱਚ ਆ ਜਾਂਦੀਆਂ ਹੈਗੀਆਂ। ਉਸ ਤੋਂ ਬਾਅਦ ਸਟੂਡੈਂਟ ਤੁਸੀਂ ਇਹਦੇ ਵਿੱਚ ਆਪਾਂ ਮੇਨ ਇਸੇ ਟੌਪਿਕ ਨੂੰ ਕਰਨਾ। ਉਸ ਤੋਂ ਬਾਅਦ ਆ ਜਾਣਗੇ ਆਪਣੇ ਮੌਖਿਕ ਪ੍ਰੀਖਣ, ਜਿਹਨਾਂ ਨੂੰ ਓਰਲ ਟੈਸਟ ਕਹਿੰਦੇ ਆ। ਇਹ ਸਟੂਡੈਂਟ ਨੈਕਸਟ ਵੀਡੀਓ ਦੇ ਵਿੱਚ ਕਰਾਉਂਗੀ ਮੈਂ। ਇਸ ਵੀਡੀਓ ਦੇ ਵਿੱਚ ਤੁਸੀਂ ਸਿਰਫ ਲਿਖਣ ਪ੍ਰਕਿਰਿਆ ਬਾਰੇ ਜਿਹੜਾ ਹੈਗਾ ਉਹ ਪੜ੍ਹਨਾ ਹੈਗਾ। ਸਟਿਲ ਜੇ ਤੁਹਾਨੂੰ ਕੋਈ ਡਾਊਟ ਹੈ ਕਿਸੇ ਟੌਪਿਕ ਬਾਰੇ ਨਹੀਂ ਸਮਝ ਆਇਆ, ਤਾਂ ਸਟੂਡੈਂਟ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਦੇ ਜਿਹੜੇ ਹੈਗੇ ਆ ਡਾਊਟਸ ਜਿਹੜੇ ਛੱਡ ਸਕਦੇ ਹੋ।